ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਆ ਬਰੁਣ ਕੌਰ ਮਾਨ। ਪ੍ਰੋਗਰਾਮ ਬੈਠਕ ਵਿਦ ਬਰੁਣ ਕੌਰ ਮਾਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਬਦਲਾਅ ਜ਼ਿੰਦਗੀ ਦਾ ਨਿਯਮ ਹੈ, ਪਰ ਕਈ ਵਾਰੀ ਬਦਲਾਅ ਜਿਹੜਾ ਹੈ ਬੰਦੇ ਨੂੰ ਬਦਲ ਦਿੰਦਾ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਕਹਿ ਦਿੰਦੇ ਫਲਾਨਾ ਬਹੁਤ ਬਦਲ ਗਿਆ ਵੀ ਪਹਿਲਾਂ ਨਾਲੋਂ, ਹੁਣ ਉਹ ਨਾ ਉੱਦਾਂ ਦਾ ਨਹੀਂ ਰਿਹਾ ਜਿੱਦਾਂ ਪਹਿਲਾਂ ਹੋਇਆ ਕਰਦਾ ਸੀ। ਅਤੇ ਕਈ ਵਾਰੀ ਆਪਾਂ ਇਹ ਵੀ ਕਹਿ ਦਿੰਦੇ ਚੰਗਾ ਹੋਇਆ ਭਾਈ ਤੂੰ ਬਦਲ ਗਿਆ, ਪਹਿਲਾਂ ਹੈ ਨਾ ਤੇਰੀਆਂ ਆਹ ਆਦਤਾਂ ਮੈਨੂੰ ਚੰਗੀਆਂ ਨਹੀਂ ਸੀ ਲੱਗਦੀਆਂ। ਜਿਵੇਂ ਜਿਵੇਂ ਜ਼ਿੰਦਗੀ ਗੁਜ਼ਰਦੀ ਹੈ ਬਹੁਤ ਉਤਰਾਅ ਚੜ੍ਹਾਅ ਆਉਂਦੇ ਨੇ, ਪਰ ਜਵਾਨੀ ਨੌਜਵਾਨ ਜਿਹੜੇ ਨੇ ਉਹ ਅਜਿਹੀ ਚੀਜ਼ ਹੁੰਦੀ ਹੈ ਜਵਾਨੀ ਜਿਹੜੀ ਸਾਡੀ ਜ਼ਿੰਦਗੀ ਦਾ ਅੱਧ ਮੱਧ ਅਤੇ ਸਟਾਰਟਿੰਗ ਐਂਡਿੰਗ ਸਾਰਾ ਕੁਛ ਹੁੰਦੀ ਹੈ, ਕਿਉਂਕਿ ਉੱਥੇ ਬੰਦਾ ਆਪਣੇ ਆਪ ਨੂੰ ਸਿਰਜਦਾ ਹੈ, ਆਪਣੇ ਆਪ ਨੂੰ ਬਣਾਉਂਦਾ ਹੈ। ਜਵਾਨੀ ਅਜਿਹੀ ਚੀਜ਼ ਹੈ ਜਿੱਥੇ ਤੁਸੀਂ ਆਪਣਾ ਕਰੀਅਰ ਸੈੱਟ ਕਰਦੇ ਹੋ, ਆਉਣ ਵਾਲਾ ਫਿਊਚਰ ਸੈੱਟ ਕਰਦੇ ਹੋ, ਬਚਪਨ ਦੇ ਵਿੱਚ ਹੋਈਆਂ ਗਲਤੀਆਂ ਤੋਂ ਕੁਝ ਸਿੱਖਦੇ ਹੋ ਅਤੇ ਅਗਾਂਹ ਪਹੁੰਚਦੇ ਹੋ। ਯੂਥ ਟਰਾਂਸਫਾਰਮੇਸ਼ਨ ਇੱਕ ਅਜਿਹਾ ਸੈਂਟੈਂਸ, ਵਰਡ, ਅੱਖਰ ਕਹਿ ਲਓ ਇਹਨੂੰ, ਕਿ ਤੁਹਾਡੇ ਅੰਦਰ ਸਾਰਾ ਕੁਝ ਬਦਲ ਕੇ ਰੱਖ ਦਿੰਦਾ ਹੈ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਅੱਜ, ਔਰ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਚਰਨ ਕਮਲ ਜੀ, ਜੋ ਕਿ ਐਂਟਰਪ੍ਰੇਨਿਓਰ ਨੇ, ਨਾਲ ਦੇ ਨਾਲ ਮੋਟੀਵੇਸ਼ਨਲ ਸਪੀਕਰ ਨੇ, ਯੂਥ ਹਾਈਕਰ ਨੇ। ਇਹਨਾਂ ਦੇ ਲਈ ਮੈਂ ਇੱਕ ਖਾਸ ਗੱਲ ਦੱਸ ਦੇਣਾ ਚਾਹੁੰਦੀ ਹਾਂ ਕਿ ਇੰਨੀਆਂ ਜ਼ਿਆਦਾ ਇਹਨਾਂ ਦੀਆਂ ਉਪਲਬਧੀਆਂ ਨੇ। ਸਭ ਤੋਂ ਵੱਡੀ ਉਪਲਬਧੀ ਹੁੰਦੀ ਹੈ ਕਿ ਬੰਦਾ ਕਹਿੰਦਾ ਦੋ ਬੰਦਿਆਂ ਮੂਹਰੇ ਤਾਂ ਬੋਲੇ ਨਾ, ਸਟੇਜ 'ਤੇ ਬੋਲ ਕੇ ਦਿਖਾ। ਇਹ ਵੱਡੇ ਵੱਡੇ ਆਡੀਟੋਰੀਅਮਸ ਦੇ ਵਿੱਚ, ਸਟੇਜਸ ਦੇ ਉੱਤੇ 10 ਲੱਖ ਲੋਕਾਂ ਨੂੰ ਸੰਬੋਧਿਤ ਕਰ ਚੁੱਕੇ ਨੇ। ਬਹੁਤ ਵੱਡੀ ਗਿਣਤੀ ਹੁੰਦੀ ਹੈ ਕਿ ਘੱਟੋ ਘੱਟ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਬੰਦਿਆਂ ਨੂੰ ਸੰਬੋਧਨ ਕਰ ਲਓਗੇ? 10 ਲੱਖ ਲੋਕਾਂ ਨੂੰ। ਚਰਨ ਕਮਲ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਵਰੁਣ ਜੀ। ਇਹ ਆਮ ਤੌਰ 'ਤੇ ਗੱਲ ਆਉਂਦੀ ਹੈ ਦਿਮਾਗ 'ਚ ਬਹੁਤ ਜਣਿਆਂ ਦੇ, ਚਾਹੇ ਯੂਥ ਦੀ ਗੱਲ ਕਰੀਏ, ਬਚਪਨ ਦੀ, ਆਪਾਂ ਟੌਪਿਕ 'ਤੇ ਬਾਅਦ 'ਚ ਆਉਂਦੇ ਹਾਂ। ਪਹਿਲਾਂ ਮੇਰਾ ਤੁਹਾਨੂੰ ਇੱਕ ਪਰਸਨਲ ਕੁਐਸਚਨ ਪੁੱਛਣ ਨੂੰ ਦਿਲ ਕਰਦਾ ਹੈ। ਕਈ ਬੰਦੇ ਕਹਿ ਦਿੰਦੇ ਹਾਈ ਸਟੇਜ 'ਤੇ ਚੜ੍ਹ ਕੇ ਤਾਂ ਲੱਤਾਂ ਕੰਬਣ ਲੱਗ ਪੈਂਦੀਆਂ, ਅਤੇ ਇੰਨੇ ਲੋਕਾਂ ਦੇ ਸਾਹਮਣੇ ਬੋਲਣਾ, ਇਹ ਕੌਨਫੀਡੈਂਸ। ਬਿਲਕੁਲ, ਇਹ ਕੌਨਫੀਡੈਂਸ ਜਦੋਂ ਤੁਸੀਂ ਦੇਖੋ, ਕੋਈ ਵੀ ਗਰੋਥ ਹੈ, ਚਾਹੇ ਉਹ ਪਰਸਨਲ, ਪ੍ਰੋਫੈਸ਼ਨਲ, ਸੋਸ਼ਲ, ਚਾਹੇ ਉਹ ਫਾਈਨੈਂਸ਼ੀਅਲ ਗਰੋਥ ਹੈ, ਉਹ ਤੁਹਾਡੀ ਇੰਟਰਨਲ ਗਰੋਥ ਦੇ ਉੱਪਰ ਡਿਪੈਂਡ ਕਰਦੀ ਕਿ ਤੁਸੀਂ ਅੰਦਰੋਂ ਕਿੰਨੇ ਸਟਰੋਂਗ ਹੋ। ਫਿਰ ਤੁਸੀਂ ਕਿਸੇ ਵੀ ਜਗ੍ਹਾ 'ਤੇ ਜਦੋਂ ਬੋਲਦੇ ਹੋ, ਕਿਉਂਕਿ ਤੁਹਾਡੇ ਵਿੱਚ ਜਿਹੜੀ ਕੁਆਲਿਟੀਜ਼ ਡਿਵੈਲਪ ਹੋ ਜਾਂਦੀਆਂ ਨੇ, ਉਹਦੇ ਨਾਲ ਤੁਸੀਂ ਸਪੀਕਿੰਗ ਜਿਹੜੀ ਹੈ, ਜਾਂ ਤੁਸੀਂ ਜਦੋਂ ਬਹੁਤ ਜ਼ਿਆਦਾ ਤੁਸੀਂ ਇੱਕ ਕੁਆਲਿਟੀ ਇਨਫੋਰਮੇਸ਼ਨ ਦੇ ਨਾਲ ਅੱਗੇ ਵੱਧਦੇ ਹੋ, ਅਤੇ ਇਹ ਚੀਜ਼ਾਂ ਬਹੁਤ ਨੋਰਮਲ ਲੱਗਦੀਆਂ ਨੇ ਤੁਹਾਨੂੰ, ਕਿਉਂਕਿ ਤੁਸੀਂ ਜੋ ਵੀ ਬੋਲ ਰਹੇ ਹੋ ਉਹ ਬਿਲਕੁਲ ਓਨੈਸਟੀ ਦੇ ਨਾਲ ਔਰ ਇੰਟਰਨਲ ਤੁਸੀਂ ਉਹਨੂੰ ਫੇਸ ਕਰ ਰਹੇ ਹੋ ਸਟੇਜ 'ਤੇ। ਜੀ। ਫਿਰ ਤੁਹਾਡੀ ਕੋਈ ਲੈਗਸ ਨਹੀਂ ਕੰਬਦੀਆਂ, ਕੁਛ ਨਹੀਂ ਹੁੰਦਾ ਹੈ। ਤੁਸੀਂ ਗੱਲ ਕੀਤੀ ਹੈ ਨਾ ਕਿ ਨਾ ਲੱਤਾਂ ਕੰਬਦੀਆਂ ਨਾ ਕੁਛ ਹੁੰਦਾ, ਹੈ ਨਾ, ਪਰ ਇੱਕ ਚੀਜ਼ ਬੜੀ ਹੁੰਦੀ ਹੈ, ਐਡਿਕਸ਼ਨ। ਯੂਥ ਟਰਾਂਸਫਾਰਮੇਸ਼ਨ ਦੀ ਆਪਾਂ ਗੱਲ ਕਰਨ ਲੱਗੇ ਹਾਂ। ਯੂਥ ਨੂੰ ਐਡਿਕਸ਼ਨ ਬੜੀ ਛੇਤੀ ਹੁੰਦੀ ਹੈ, ਚਾਹੇ ਉਹ ਸੋਸ਼ਲ ਸਾਈਟਸ ਦੀ ਹੈ। ਜੇ 4-5 ਵੀਡੀਓਜ਼ ਸੋਸ਼ਲ ਸਾਈਟ ਦੇ ਉੱਤੇ ਕੋਈ ਹਿੱਟ ਹੋ ਗਈਆਂ, ਸਾਰਿਆਂ ਨੇ ਉਹੀ ਬਣਾਈ ਜਾਣੀਆਂ। ਫਿਰ ਕਈ ਵਾਰੀ ਕੰਪਿਊਟਰਸ 'ਤੇ ਗੇਮ ਖੇਡਣ ਦੀ ਸ਼ੁਰੂ ਹੋਈ, ਸਾਰੇ ਕੰਪਿਊਟਰਸ 'ਤੇ ਗੇਮ ਹੀ ਖੇਡੀ ਗਏ, ਕਿ ਰਿਵਾਜ਼ ਜਿਹਾ ਚੱਲ ਪੈਂਦਾ। ਡਰੱਗਸ ਦੀ ਗੱਲ ਆਈ, ਡਰੱਗਸ ਐਡਿਕਸ਼ਨ ਬਹੁਤ ਜ਼ਿਆਦਾ ਹੋਣ ਲੱਗ ਗਈ। ਐਡਿਕਸ਼ਨ ਕਹਿੰਦੇ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਹੈ, ਪਰ ਜਦੋਂ ਸਾਡਾ ਯੂਥ ਇਸ ਚੀਜ਼ ਦੇ ਵਿੱਚ ਚਲਿਆ ਜਾਂਦਾ ਹੈ, ਉਸ ਤੋਂ ਬਾਹਰ ਕਿਵੇਂ ਆ ਸਕਦੇ ਹਾਂ? ਕੋ ਐਡਿਕਸ਼ਨ ਜਿਹੜੀ ਹੈ, ਕੋਈ ਵੀ ਚੀਜ਼ ਹੈ, ਜਦੋਂ ਫਾਰ ਐਗਜ਼ਾਮਪਲ ਤੁਸੀਂ ਗੱਲ ਕੀਤੀ ਕਿ ਟੈਕਨੋਲੋਜੀ ਜਿਹੜੀ ਹੈ ਉਹ ਕੰਫਰਟ ਲਈ ਬਣਦੀ ਹੈ। ਕੋਈ ਵੀ ਟੈਕਨੋਲੋਜੀ ਆਈ ਹੈ ਦੁਨੀਆ ਦੇ ਵਿੱਚ, ਉਹ ਸਾਡੇ ਕੰਫਰਟ ਲਈ ਬਣਦੀ ਹੈ। ਲੇਕਿਨ ਅਗਰ ਆਪਾਂ ਉਹਦਾ ਆਪਾਂ ਗੁਲਾਮ ਹੀ ਉਹਦੇ ਬਣ ਜਾਈਏ, ਉਸ ਟੈਕਨੋਲੋਜੀ ਦੇ, ਉਹਨੂੰ ਇੱਕ ਤਰ੍ਹਾਂ ਐਡਿਕਸ਼ਨ ਆਪਾਂ ਕਹਿ ਦਿੰਦਾ ਹੈ ਕਿ ਇਹ ਬੰਦਾ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ। ਹੁਣ ਉਹ ਚਾਹੇ ਕੋਈ ਵੀ, ਉਹਨੂੰ ਐਡਿਕਸ਼ਨ ਜਿਹੜੀ ਉਹ ਐਡਿਕਸ਼ਨ ਹੈ, ਚਾਹੇ ਕਿਸੇ ਵੀ ਚੀਜ਼ ਦੀ ਐਡਿਕਸ਼ਨ ਹੈ। ਬਹੁਤ ਸਾਰੇ ਯੂਥ ਹੈ ਅੱਜ ਜਿਨ੍ਹਾਂ ਨੂੰ ਅੱਜ ਉਹ ਇੰਟਰਨੈਟ 'ਤੇ ਬਾਰ-ਬਾਰ ਆਪਣਾ ਫੇਸਬੁੱਕ ਦਾ ਪੇਜ ਦੇਖਦੇ ਨੇ, ਜਾਂ ਬਹੁਤ ਕੁਛ ਦੇਖਦੇ ਨੇ ਕਿ ਕਿੰਨੇ ਲਾਈਕਸ ਹੋ ਗਏ ਨੇ, ਕਿੰਨੇ ਡਿਸਲਾਈਕ ਹੋਏ ਨੇ, ਕਿੰਨੇ ਕਮੈਂਟਸ ਆਏ ਨੇ, ਉਹ 2-2 ਮਿੰਟ ਤੋਂ ਬਾਅਦ। ਲੇਕਿਨ ਜਿਹੜੀ ਐਨਰਜੀ ਹੈ, ਯੂਥ ਟਰਾਂਸਫਾਰਮੇਸ਼ਨ ਜਿਹੜਾ ਬਹੁਤ ਬਿਊਟੀਫੁਲ ਟੌਪਿਕ ਤੁਸੀਂ ਅੱਜ ਆਪਾਂ ਰੱਖਿਆ ਹੈ, ਇਹਦਾ ਮਤਲਬ ਇਹੀ ਹੈ ਕਿ ਜਿਹੜੀ ਉਹ ਐਨਰਜੀ ਹੈ ਸਾਡੇ ਅੰਦਰ, ਉਹਨੂੰ ਚੈਨਲਾਈਜ਼ ਕਰਨਾ ਹੈ, ਤਾਂ ਕਿ ਆਪਾਂ ਉਸ ਐਨਰਜੀ ਨੂੰ ਯੂਜ਼ ਕਰਕੇ ਇੱਕ ਬਹੁਤ ਵੱਡਾ ਫੈਨੋਮੀਨਲ ਸਕਸੈਸ ਜਿਹੜੀ ਹੈ ਉਹ ਆਪਾਂ ਲਾਈਫ ਦੇ ਵਿੱਚ ਅਚੀਵ ਕਰ ਸਕੀਏ। ਐਡਿਕਸ਼ਨ ਜਿਹੜੀ ਹੈ ਉਹ ਉਦੋਂ ਹੀ ਹਟੇਗੀ ਜਦੋਂ ਆਪਾਂ ਕੋਈ ਐਡਿਕਸ਼ਨ ਨੂੰ ਅਗਰ ਆਪਾਂ ਰਿਮੂਵ ਕਰਨਾ ਹੈ। ਇੱਕ ਬਹੁਤ ਇੱਕ ਬਹੁਤ ਗੰਦਾ ਪਾਣੀ ਹੈ ਕਿਸੇ ਬਰਤਨ ਦੇ ਵਿੱਚ, ਉਹਦੇ ਵਿੱਚ ਤੁਸੀਂ ਇੱਕ ਦੁੱਧ ਦਾ ਡ੍ਰੌਪ ਵੀ ਪਾਓਗੇ, ਉਹਦੇ ਨਾਲ ਕੀ ਫ਼ਰਕ ਪਏਗਾ ਕਿ ਉਹਦੇ ਨਾਲ ਜਿਹੜਾ ਇਹ ਗੰਦਾ ਬੂੰਦ ਦਾ ਪਾਣੀ ਹੈ ਉਹ ਬਾਹਰ ਨਿਕਲ ਜਾਏਗਾ। ਕਹਿਣੇ ਦਾ ਮਤਲਬ ਕੀ ਹੈ ਕਿ ਸਾਨੂੰ ਬਹੁਤ ਅੱਛੀ ਰॉ ਮਟੀਰੀਅਲ ਸਾਡਾ ਇਨਫੋਰਮੇਸ਼ਨ ਹੈ, ਜਿਹੜਾ ਸਾਡੀ ਸੋਚ ਨੂੰ ਬਣਾਉਂਦਾ ਹੈ। ਅਗਰ ਆਪਾਂ ਬਹੁਤ ਅੱਛਾ ਜਿਹੜੀ ਕੁਆਲਿਟੀ ਇਨਫੋਰਮੇਸ਼ਨ ਸਾਡੇ ਕੋਲ ਆਏਗੀ, ਉਹ ਤਾਂ ਹੀ ਸਾਡੀ એનર્ਜੀ ਜਿਹੜੀ ਉਹ ਚੈਨਲਾਈਜ਼ ਹੋਏਗੀ, ਤਾਂ ਹੀ ਅਸੀਂ ਕੁਝ ਵੱਡਾ ਕਰਾਂਗੇ। ਕਿਉਂਕਿ ਮੈਟਰ ਇਹ ਨਹੀਂ ਹੈ ਕਿ ਤੁਸੀਂ ਅੱਜ
ਕੀ ਹੈ ਤੁਹਾਡੀ ਸਟੇਟਸ, ਤੁਸੀਂ ਕਿਸ ਚੀਜ਼ ਦੀ ਐਡਿਕਸ਼ਨ ਤੁਹਾਡੇ ਵਿੱਚ ਲੱਗੀ ਹੋਈ ਹੈ। ਮੈਟਰ ਇਹ ਹੈ ਕਿ ਤੁਸੀਂ ਕੱਲ ਜਾਣਾ ਕਿੱਥੇ ਹੈ, ਉਹ ਤੁਹਾਡੇ ਕੋਲ ਪ੍ਰੋਪਰ ਵਿਜ਼ਨ, ਪ੍ਰੋਪਰ ਇੱਕ ਪ੍ਰੋਸੀਜਰ ਦੇ ਨਾਲ ਸਿਸਟਮ ਹੋਣਾ ਚਾਹੀਦਾ ਹੈ। ਜਾਣਾ ਕਿੱਥੇ ਹੈ? ਹਾਂਜੀ ਹਾਂਜੀ ਬਿਲਕੁਲ। ਜਾਣਾ ਕਿੱਥੇ ਹੈ ਤੋਂ ਸਵਾਲ ਆਉਂਦਾ ਹੈ ਕਿ ਬੰਦਾ ਜਦੋਂ ਸਟੱਡੀ ਕਰਦਾ ਨਾ, ਉਹਨੂੰ ਨਹੀਂ ਪਤਾ ਹੁੰਦਾ ਉਹਨੇ ਗਾਂ ਕੀ ਕਰਨਾ ਹੈ। ਬਿਲਕੁਲ। ਪਰ ਸਟੱਡੀ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ, ਹਾਂਜੀ ਹੈ ਨਾ, ਕਿਉਂਕਿ ਕੁਝ ਬੱਚੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਬਚਪਨ ਤੋਂ ਹੀ ਕਿ ਮੈਂ ਇੰਜੀਨੀਅਰ ਬਣਨਾ, ਮੈਂ ਫਿਲਮਾਂ ਦੀ ਲਾਈਨ 'ਚ ਜਾਣਾ। ਕੁਝ ਜਿਹੜੇ ਨੇ ਉਹਨਾਂ ਨੂੰ ਨਹੀਂ ਕਲੀਅਰ। ਬਿਲਕੁਲ। ਸਟੱਡੀ ਦੇ ਨਾਲ ਕੁਝ ਹੋਰ ਵੀ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ, ਹੈ ਨਾ, ਜਿਹਨੂੰ ਆਪਾਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਾਂ ਸਪੋਰਟਸ ਕਹਿ ਦਿੰਦੇ ਹਾਂ। ਜੇ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸਣਾ ਹੋਵੇ ਕਿ ਨੌਜਵਾਨ ਹੈ ਜਿਹੜਾ ਸਿੱਖਿਆ ਦੇ ਨਾਲ ਨਾਲ ਹੋਰ ਕੀ ਕੀ ਕਰੇ? ਦੇਖੋ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ ਕਿ ਜਿੰਨਾ ਵੀ ਯੂਥ ਹੈ, ਅੱਜ ਆਪਾਂ ਅਗਰ ਇੰਡੀਆ ਦੀ ਐਗਜ਼ਾਮਪਲ ਲੈ ਲਈਏ, ਇੱਕ ਡਿਵੈਲਪਿੰਗ ਨੇਸ਼ਨ ਹੈ, ਇੰਡੀਆ ਦੇ ਵਿੱਚ 65% ਯੂਥ ਹੈ, ਯੰਗ ਬੱਚੇ ਨੇ ਜੀ। ਲੇਕਿਨ ਅੱਜ ਦਾ ਅਗਰ ਡਾਟਾ ਦੇਖੀਏ ਆਪਾਂ ਕਿ ਜਿਹੜਾ ਇੰਟਰਨੈਟ ਤੇ ਡਾਟਾ ਹੈ ਕਿ 10 ਕਰੋੜ ਤੋਂ ਵੀ ਜ਼ਿਆਦਾ ਅਨਇੰਪਲੋਇਡ ਬੱਚੇ ਨੇ। ਔਰ ਇਹਦਾ ਮਤਲਬ ਕੀ ਹੈ? ਸਾਰੀ ਚੀਜ਼ਾਂ ਨੂੰ ਅਗਰ ਆਪਾਂ ਦੇਖੀਏ ਕਿ ਅੱਜ ਦੇ ਟਾਈਮ ਦੇ ਵਿੱਚ, ਦੇਖੋ ਆਪਾਂ ਨੂੰ ਸਿੰਪਲ ਗੱਲ ਜਿਹੜੀ ਤੁਸੀਂ ਸ਼ੇਅਰ ਕੀਤੀ, ਇਹਦੇ ਵਿੱਚ ਸਿੰਪਲ ਆਪਾਂ ਨੂੰ ਦੇਖਣਾ ਪਏਗਾ, ਆਪਣੇ ਕੋਲ ਇੱਕ ਵਿਜ਼ਨ ਹੋਣਾ ਚਾਹੀਦਾ ਹੈ ਕਿ ਆਪਾਂ ਬਣਨਾ ਕੀ ਹੈ ਲਾਈਫ ਦੇ ਵਿੱਚ। ਫਾਰ ਐਗਜ਼ਾਮਪਲ ਜਿੱਦਾਂ ਮਾਈਕਰੋਸਾਫਟ ਦੇ ਫਾਊਂਡਰ ਨੇ ਬਿਲ ਗੇਟਸ, ਉਹਨਾਂ ਨੇ 1975 ਦੇ ਵਿੱਚ ਇੱਕ ਵਿਜ਼ਨ ਲਿਆ ਸੀ ਕਿ ਮੈਂ ਹਰ ਘਰ ਦੇ ਟੇਬਲ ਦੇ ਉੱਪਰ ਮੈਨੂੰ ਕੰਪਿਊਟਰ ਮਸ਼ੀਨ ਚਾਹੀਦੀ ਹੈ। ਤੇ ਅੱਜ ਤੁਸੀਂ ਦੇਖੋ ਪੂਰੀ ਦੁਨੀਆ ਦੇ ਵਿੱਚ ਇਹ ਵਿਜ਼ਨ ਕੰਪਲੀਟ ਹੋਇਆ ਹੈ। ਉਸ ਵਿਜ਼ਨ ਨੂੰ ਉਹਨਾਂ ਨੇ ਰਿਐਲਿਟੀ 'ਚ ਕਿੱਦਾਂ ਕਨਵਰਟ ਕੀਤਾ? ਕਿਉਂਕਿ ਉਹਨਾਂ ਨੇ 20 ਸਾਲ ਦੀ ਏਜ ਦੇ ਅੰਦਰ ਉਹਨਾਂ ਨੇ ਸੋਚਿਆ ਸੀਗਾ। ਅੱਜ ਸਾਡਾ ਜਿਹੜਾ ਯੂਥ ਹੈ, ਬੱਚੇ ਨੇ, ਉਹਨਾਂ ਦੀ ਜਿਹੜੀ એનર્ਜੀ ਹੈ ਉਹ ਕਿੱਥੇ ਯੂਜ਼ ਹੋ ਰਹੀ ਹੈ? ਫੇਸਬੁੱਕ ਯੂਜ਼ ਕਰਨਾ ਜਾਂ YouTube ਯੂਜ਼ ਕਰਨਾ ਕੋਈ ਗਲਤ ਨਹੀਂ ਹੈ, ਲੇਕਿਨ ਅਗਰ ਤੁਸੀਂ 10 ਮਿੰਟ ਮਾਰਨਿੰਗ ਕਰ ਲਓ, 10 ਮਿੰਟ ਈਵਨਿੰਗ ਕਰ ਲਓ, ਬਸ ਇੰਨੇ 'ਚ ਹੀ ਤੁਸੀਂ ਉਹਨੂੰ ਆਪਣਾ ਕਰ ਸਕਦੇ ਹੋ। ਲੇਕਿਨ ਅਗਰ ਤੁਸੀਂ 10 ਘੰਟੇ ਉਹਨੂੰ ਯੂਜ਼ ਕਰ ਰਹੇ ਹੋ, ਉਹ ਤੁਹਾਡੀ ਬਾਡੀ ਵੀ ਡੈਮੇਜ ਕਰੇਗੀ, ਮਾਈਂਡ ਵੀ ਡੈਮੇਜ ਕਰੇਗੀ। ਗਰੋਥ ਦੀ ਗੱਲ ਕਰਦੀ ਹਾਂ ਹੁਣ ਮੈਂ ਤੁਹਾਡੇ ਨਾਲ ਕਿ ਦਿਮਾਗ ਦੇ ਵਿੱਚ ਆਉਂਦਾ ਕਿ ਜਿਹੜਾ ਯੂਥ ਹੈ ਉਸਦੀ ਗਰੋਥ ਹੋਣੀ ਬੜੀ ਜ਼ਰੂਰੀ ਹੈ। ਗਰੋਥ ਦੋ ਤਰੀਕੇ ਦੀ ਹੁੰਦੀ ਹੈ, ਪ੍ਰੋਫੈਸ਼ਨਲ ਤੇ ਪਰਸਨਲ। ਜੇ ਤੁਸੀਂ ਇਸ ਨੂੰ ਡਿਸਕ੍ਰਾਈਬ ਕਰਨਾ ਹੋਵੇ ਕਿਵੇਂ ਕਰੋਗੇ? ਕੁਝ ਸਿੰਪਲ ਜਿਹੜੀ ਮੈਂ ਇਸ ਦੇ ਨਾਲ ਇੱਕ ਐਡੀਸ਼ਨ ਹੋਰ ਕਰਨਾ ਚਾਹਾਂਗਾ। ਦੇਖੋ ਅੱਜ ਅਗਰ ਆਪਾਂ ਬਹੁਤ ਵੱਡਾ ਲਾਈਫ ਦੇ ਵਿੱਚ ਆਪਾਂ ਸਕਸੈਸਫੁਲ ਬਣਨਾ ਹੈ ਤਾਂ ਸਭ ਤੋਂ ਇੰਪੋਰਟੈਂਟ, ਦੇਖੋ ਇੱਕ ਆਰਡੀਨਰੀ ਐਕਸਟਰਾ ਆਰਡੀਨਰੀ ਦੇ ਵਿੱਚ ਇੱਕੋ ਹੀ ਚੀਜ਼ ਦਾ ਡਿਫਰੈਂਸ ਹੈ, ਉਹ ਹੈ ਐਕਸਟਰਾ ਦਾ। ਆਪਾਂ ਨੂੰ ਆਰਡੀਨਰੀ ਤੋਂ ਥੋੜਾ ਜਿਹਾ ਐਕਸਟਰਾ ਆਰਡੀਨਰੀ ਬਣਨ ਲਈ ਥੋੜਾ ਐਕਸਟਰਾ ਐਫਰਟ ਕਰਨਾ ਪਏਗਾ। ਐਕਸਟਰਾ ਐਫਰਟ ਦਾ ਮਤਲਬ ਕੀ ਹੈ? ਜਿੱਦਾਂ ਪਰਸਨਲ ਗਰੋਥ ਹੈ, ਪ੍ਰੋਫੈਸ਼ਨਲ ਗਰੋਥ ਹੈ। ਪਰਸਨਲ ਗਰੋਥ ਜਿਹੜੀ ਹੈ ਔਰ ਪ੍ਰੋਫੈਸ਼ਨਲ ਗਰੋਥ ਹੈ, ਇਹ ਡਾਇਰੈਕਟਲੀ ਪ੍ਰਪੋਰਸ਼ਨੇਟ ਜਿਹੜੀ ਹੈ ਇੰਟਰਨਲ ਗਰੋਥ ਦੇ ਉੱਪਰ ਹੈ ਕਿ ਤੁਸੀਂ ਇੰਟਰਨਲੀ ਕਿੰਨੇ ਸਟਰੋਂਗ ਹੋ, ਤੁਹਾਡਾ ਵਿਜ਼ਨ, ਤੁਹਾਡੇ ਗੋਲ ਸੈੱਟ ਨੇ ਔਰ ਤੁਹਾਨੂੰ ਪਤਾ ਹੈ ਪਲਾਨ ਆਫ ਐਕਸ਼ਨ ਕੀ ਹੈ ਲਾਈਫ ਦੇ ਅੰਦਰ। ਕਿਉਂਕਿ ਜ਼ਿੰਦਗੀ ਦੇ ਅੰਦਰ ਸਕਸੈਸ ਦਾ ਮਤਲਬ ਕੀ ਹੈ? ਸਕਸੈਸ ਦਾ ਮਤਲਬ ਹੈ ਜਦੋਂ ਇੱਕ ਕਨਸਟੈਂਟ ਲੈਵਲ ਦੇ ਉੱਪਰ ਤੁਹਾਡੇ ਥਾਟ ਪੋਜ਼ਿਟਿਵ ਚੱਲਦੇ ਨੇ। ਜਦੋਂ ਥਾਟ ਪੋਜ਼ਿਟਿਵ ਚੱਲਣਗੇ ਕਨਸਟੈਂਟ ਲੈਵਲ ਦੇ ਉੱਪਰ, ਉਸ ਤੋਂ ਬਾਅਦ ਨੈਚੁਰਲੀ ਜਿਹੜਾ ਐਕਸ਼ਨ ਹੈ ਉਹ ਪਿਓਰ ਹੋਏਗਾ। ਐਕਸ਼ਨ ਨੂੰ ਅਗਰ ਆਪਾਂ ਸੀਡ ਦੇ ਰੂਪ 'ਚ ਲੈ ਲਈਏ, ਬੀਜ ਦੇ ਰੂਪ ਦੇ ਵਿੱਚ, ਜਦੋਂ ਬੀਜ ਨੂੰ ਆਪਾਂ ਪਲਾਂਟ ਕਰਾਂਗੇ, ਗੁੱਡ ਬੀਜ ਨੂੰ, ਤੇ ਬਹੁਤ ਅੱਛੇ ਪ੍ਰੋਡਿਊਸ ਫਰੂਟ ਹੋਣਗੇ, ਬਹੁਤ ਹੈਲਦੀ ਅੱਛੇ ਉਹਦੇ ਰਿਜ਼ਲਟ ਹੋਣਗੇ। ਇੱਕ ਸਿਸਟਮ ਹੈ ਜਦੋਂ ਤੁਸੀਂ ਸਕਸੈਸਫੁਲ ਲਾਈਫ 'ਚ ਹੋਣਾ ਹੈ, ਕਿਉਂਕਿ ਜ਼ਿਆਦਾਤਰ ਲੋਕ ਉਹ ਕਰ ਰਹੇ ਨੇ ਜਿਹੜੇ ਜ਼ਿਆਦਾ ਲੋਕ ਕਰ ਰਹੇ ਨੇ। ਮੈਟਰ ਇਹ ਨਹੀਂ ਹੈ, ਇੱਕ ਟੇਬਲ ਦੇ ਉੱਪਰ ਅਗਰ ਬਹੁਤ ਕੁਝ ਪਿਆ ਹੈ, ਉਹਦੇ ਵਿੱਚ ਫਰੂਟ ਵੀ ਪਿਆ ਹੈ, ਬਹੁਤ ਸਾਰਾ ਸਨੈਕਸ ਪਏ ਨੇ, ਸਭ ਕੁਝ ਪਿਆ ਹੈ ਜੀ, ਲੇਕਿਨ ਅਗਰ ਜ਼ਿਆਦਾਤਰ ਲੋਕ ਸਨੈਕਸ ਖਾ ਰਹੇ ਨੇ, ਲੇਕਿਨ ਤੁਸੀਂ ਅਗਰ ਫਰੂਟ ਉੱਤੋਂ ਚੱਕਦੇ ਹੋ, ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗਲਤ ਕਰ ਰਹੇ ਹੋ। ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜੀ ਹੈ ਹੈਲਥ ਕੌਨਸ਼ੀਅਸ ਹੋ, ਤੁਹਾਡਾ ਗੋਲ ਹੈ ਹੈਲਥ ਦੇ ਉੱਪਰ। ਅੱਜ ਜਿਹੜਾ ਹੈ ਗੋਲ ਸੈੱਟ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਬਹੁਤ ਇੰਪੋਰਟੈਂਟ ਨੇ। ਜਦੋਂ ਸਾਡਾ ਗੋਲ ਸੈੱਟ ਹੋਏਗਾ, ਜਦੋਂ ਸਾਨੂੰ ਪਤਾ ਹੀ ਨਹੀਂ ਅਸੀਂ ਜਾਣਾ ਕਿੱਥੇ ਹੈ, ਫਿਰ ਤਾਂ ਜਿਹੜਾ ਮਰਜ਼ੀ ਰਸਤਾ ਤੁਸੀਂ ਫੜ ਲਓ। ਲੇਕਿਨ ਅਗਰ ਅਸੀਂ ਵਾਕਈ ਇੱਕ ਡਾਇਰੈਕਸ਼ਨ 'ਚ ਮੂਵ ਕਰਨਾ ਹੈ, ਅਸੀਂ ਕੁਝ ਵਾਕਈ ਬਣਨਾ ਹੈ, ਫਿਰ ਸਾਨੂੰ ਇੱਕ ਪ੍ਰੋਪਰ ਤਰੀਕੇ ਦੇ ਨਾਲ ਪਲਾਨ ਆਫ ਐਕਸ਼ਨ ਸਾਡਾ ਹੋਣਾ ਚਾਹੀਦਾ ਹੈ। ਅਗਰ ਤੁਸੀਂ ਕੁਝ ਲਾਈਫ ਦੇ ਵਿੱਚ ਵੱਡਾ ਬਣਨਾ, ਇੱਕ ਛੋਟੀ ਜਿਹੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ ਕਿ ਇੱਕ ਛੋਟਾ ਜਿਹਾ, ਦੇਖੋ ਅੱਜ ਬਹੁਤ ਜ਼ਿਆਦਾ ਸਟ੍ਰੈਸ ਯੂਥ ਦੇ ਵਿੱਚ, ਸਮਾਈਲਿੰਗ ਫੇਸ ਹੈ ਹੀ ਨਹੀਂ ਹੈ। ਉਹਦਾ ਰੀਜ਼ਨ ਇੱਕੋ ਹੀ ਹੈ। ਮੈਂ ਛੋਟੀ ਜਿਹੀ ਗੱਲ ਤੁਹਾਡੇ ਨਾਲ ਕਰਨਾ ਚਾਹਾਂਗਾ। ਇੱਕ ਮਦਰ ਆਪਣੇ ਬੱਚੇ ਨੂੰ ਪਲੇ ਸਕੂਲ ਦੇ ਵਿੱਚ ਛੱਡਣ ਜਾ ਰਹੀ ਸੀ, ਤੇ ਉਹਨੇ ਸੋਚਿਆ ਕਿ ਬਹੁਤ ਵਾਕਿੰਗ ਡਿਸਟੈਂਸ ਦੇ ਉੱਪਰ ਸਕੂਲ ਹੈ। ਉਹਨੇ ਮਦਰ ਨੇ ਸੋਚਿਆ ਕਿ ਚਲੋ ਅੱਜ ਮੈਂ ਦੂਰ ਖੜੀ ਹੋ ਕੇ ਆਪੇ ਹੀ ਬੱਚਾ ਆਏਗਾ, ਤੇ ਮੈਂ ਦੂਰੋਂ ਖੜੀ ਹੋ ਕੇ ਉਹਨੂੰ ਦੇਖਦੀ ਹਾਂ ਕਿ ਉਹਨੂੰ ਹੌਲੀ ਹੌਲੀ ਹੈਬਿਟ ਪੈ ਜਾਣੇ ਦੀ ਖੁਦ। ਤੇ ਜਦੋਂ ਉਹਨੇ ਦੇਖਿਆ, ਲੇਕਿਨ ਜਦੋਂ ਥੋੜਾ ਡਿਸਟੈਂਸ ਤੇ ਸਕੂਲ ਸੀਗਾ, ਵਾਕਿੰਗ ਡਿਸਟੈਂਸ ਤੇ, ਜਦੋਂ ਦੇਖਿਆ ਉਹਨੇ ਕਿ ਵੈਦਰ ਅੱਜ ਠੀਕ ਨਹੀਂ ਹੈ, ਬੱਦਲ ਬਹੁਤ ਗਰਜ ਰਿਹਾ ਸੀ, ਬਿਜਲੀ ਵੀ ਚਮਕ ਰਹੀ ਸੀ,
ਲੇਕਿਨ ਜਦੋਂ ਉਹਨੇ ਦੇਖਿਆ ਉਹਦੀ ਮਦਰ ਨੇ ਕਿ ਸ਼ਾਇਦ ਮੈਂ ਚਲਾ ਜਾਵਾਂ ਉਹਦੇ ਕੋਲ, ਉਹਨੂੰ ਲੈ ਆਵਾਂ, ਉਹ ਡਰ ਜਾਏਗਾ। ਲੇਕਿਨ ਜਦੋਂ ਉਹਨੇ ਦੇਖਿਆ ਉਹ ਬੱਚਾ ਉੱਪਰ ਆਸਮਾਨ ਦੀ ਤਰਫ ਦੇਖ ਕੇ ਉਹ ਸਮਾਈਲ ਕਰ ਰਿਹਾ ਸੀ, ਉਹਨੇ ਦੇਖਿਆ ਕਿ ਇਹ ਬੱਚਾ ਡਰ ਹੀ ਨਹੀਂ ਰਿਹਾ, ਇਹ ਤਾਂ ਬਹੁਤ ਛੋਟਾ ਹੈ ਔਰ ਇੰਨੀ ਜ਼ੋਰ ਦੇ ਨਾਲ ਜਿਹੜੇ ਬੱਦਲ ਨੇ ਉਹ ਗਰਜ ਰਹੇ ਨੇ ਔਰ ਬਿਜਲੀ ਚਮਕ ਰਹੀ ਹੈ, ਇਹ ਡਰ ਕਿਉਂ ਨਹੀਂ ਰਿਹਾ। ਉਹਨੇ ਜਾ ਕੇ ਦੌੜ ਕੇ ਉਹਨੂੰ ਫੜਿਆ ਔਰ ਆਪਣੇ ਬੱਚੇ ਨੂੰ ਪੁੱਛਿਆ ਕਿ ਤੂੰ ਡਰਿਆ ਕਿਉਂ ਨਹੀਂ, ਇੰਨੀ ਜ਼ੋਰ ਨਾਲ ਤਾਂ ਬਿਜਲੀ ਜਿਹੜੀ ਉਹ ਬੱਦਲ ਗਰਜ ਰਹੇ ਸੀਗੇ। ਤੇ ਉਸਨੇ ਕਿਹਾ ਮੰਮਾ ਮੈਨੂੰ ਨਹੀਂ ਪਤਾ ਸੀ ਕਿ ਇਹ ਕੀ ਹੋ ਰਿਹਾ ਹੈ, ਮੈਨੂੰ ਲੱਗਿਆ ਸੀ ਕਿ ਜਿਹੜਾ ਪਰਮਾਤਮਾ ਹੈ ਉਹ ਮੇਰੀ ਫੋਟੋ ਖਿੱਚ ਰਿਹਾ ਹੈ ਔਰ ਮੈਂ ਸਮਾਈਲ ਕਰ ਰਿਹਾ ਸੀ ਕਿ ਉਹ ਅੱਛੀ ਆਣੀ ਚਾਹੀਦੀ ਹੈ। ਮੇਰਾ ਕਹਿਣੇ ਦਾ ਮਤਲਬ ਇਹ ਹੈ ਕਿ ਜਿੰਨੀਆਂ ਵੀ ਸਰਕਮਸਟੈਂਸਸ ਨੇ ਅੱਜ, ਉਹ ਮੈਟਰ ਨਹੀਂ ਕਰਦਾ ਅੱਜ ਤੁਸੀਂ ਕੀ ਹੋ, ਮੈਟਰ ਇਹ ਕਰਦਾ ਹੈ ਕਿ ਕੱਲ ਤੁਹਾਡਾ ਜਾਣਾ ਕਿੱਥੇ, ਉਹ ਵਿਜ਼ਨ ਕਿਆ ਹੈ। ਜਦੋਂ ਤੁਸੀਂ ਉਸ ਵਿਜ਼ਨ ਨੂੰ ਪਕੜ ਕੇ ਆਪਣਾ ਅੱਗੇ ਵਧਦੇ ਹੋ, ਹਰ ਐਡਿਕਸ਼ਨ ਹਰ ਚੀਜ਼, ਕਿਉਂਕਿ ਜਿਹੜੇ ਵਿਨਰਸ ਨੇ ਉਹਨਾਂ ਦੇ ਕੋਲ ਆਬਜੈਕਟਿਵਸ ਹੁੰਦੇ ਨੇ ਔਰ ਲੂਜ਼ਰਸ ਜਿਹੜੇ ਨੇ ਆਬਸਟੈਕਲਸ ਦੇਖਦੇ ਨੇ ਲਾਈਫ ਦੇ ਅੰਦਰ। ਇਹ ਬਹੁਤ ਇੰਪੋਰਟੈਂਟ ਹੈ। ਜਦੋਂ ਸਾਡਾ ਵਿਜ਼ਨ ਕਲੀਅਰ ਹੁੰਦਾ ਹੈ, ਸਾਡੇ ਕੋਲ ਡ੍ਰੀਮ ਹੁੰਦਾ ਹੈ। ਤੁਸੀਂ ਦੇਖੋ ਇੱਕ ਮੈਚ ਹੈ ਫੁੱਟਬਾਲ ਦਾ, ਅਗਰ ਉਹ 'ਚੋਂ ਆਪਾਂ ਗੋਲ ਪੋਲ ਚੱਕ ਲਈਏ, ਕਿਆ ਦੇਖਣੇ ਵਾਲੇ ਜਾਂ ਖੇਲਣੇ ਵਾਲੇ ਪਲੇਅਰਸ ਨੂੰ ਮਜ਼ਾ ਆਏਗਾ? ਬਿਲਕੁਲ ਨਹੀਂ ਆਏਗਾ। ਅਗਰ 1-2 ਘੰਟੇ ਦਾ ਮੈਚ ਆਪਾਂ ਬਿਨਾਂ ਗੋਲ ਪੋਲ ਤੋਂ ਨਹੀਂ ਦੇਖ ਸਕਦੇ ਤੇ ਆਪਾਂ ਆਪਣੀ ਪੂਰੀ ਲਾਈਫ ਜਿਹੜੀ ਹੈ ਉਹ ਬਿਨਾਂ ਗੋਲ ਤੋਂ ਕਿੱਦਾਂ ਆਪਾਂ ਉਹਨੂੰ ਕੱਢ ਸਕਦੇ ਹਾਂ? ਠੀਕ ਹੈ, ਬਾਰ-ਬਾਰ ਗੱਲ ਆਉਂਦੀ ਹੈ ਕਿ ਵਿਜ਼ਨ ਕਲੀਅਰ ਹੋਣਾ ਚਾਹੀਦਾ ਆ, ਸਟੈਪਸ ਜਿਹੜੇ ਆ ਸਹੀ ਫੋਲੋ ਕਰਨੇ ਚਾਹੀਦੇ ਆ। ਜਦੋਂ ਯੂਥ ਟਰਾਂਸਫਾਰਮੇਸ਼ਨ ਦੀ ਗੱਲ ਆਉਂਦੀ ਹੈ ਉਦੋਂ ਤਾਂ ਇਹ ਗੱਲਾਂ ਹੋਰ ਵੀ ਅਹਿਮ ਹੋ ਜਾਂਦੀਆਂ ਔਰ ਇਹ ਸਵਾਲ ਨੌਜਵਾਨਾਂ ਦੇ ਉੱਤੇ ਵੀ ਬਹੁਤ ਚੱਕੇ ਜਾਂਦੇ ਆ ਕਿ ਇਹਨਾਂ ਦੇ ਗੋਲ ਨਹੀਂ ਕਲੀਅਰ ਹੈਗੇ, ਇਹ ਨਹੀਂ ਹੈਗਾ। ਜੇ ਸਟੈਪਸ ਕਲੀਅਰ ਕਰਨੇ ਹੋਣ, ਕੋਈ ਬੰਦਾ ਡਾਊਟ 'ਚ ਹੈ, ਉਹ ਕਿਵੇਂ ਕਲੀਅਰ ਕਰੇ? ਕੋ ਸਭ ਤੋਂ ਇੰਪੋਰਟੈਂਟ ਕੀ ਹੈ, ਜਿੱਦਾਂ ਤੁਸੀਂ ਕਿਹਾ ਪਰਸਨਲ ਪ੍ਰੋਫੈਸ਼ਨਲ ਗਰੋਥ ਦੇ ਨਾਲ ਨਾਲ ਆਪਾਂ ਨੂੰ ਲਾਈਫ ਐਜੂਕੇਸ਼ਨ ਹੋਣਾ ਬਹੁਤ ਇੰਪੋਰਟੈਂਟ ਹੈ। ਦੇਖੋ ਜੀਵਨ ਜੀਣੇ ਦੇ ਲਈ ਕੀ ਚਾਹੀਦਾ? ਜੀਵਨ ਸਿੱਖਿਆ, ਲਾਈਫ ਐਜੂਕੇਸ਼ਨ। ਲਾਈਫ ਐਜੂਕੇਸ਼ਨ ਕੀ ਹੈ? ਜਿਹੜੇ ਸਾਡੇ ਵੈਲਿਊਜ਼ ਔਰ ਪ੍ਰਿੰਸੀਪਲਸ ਨੇ, ਜਿਹੜੇ ਅੱਛੇ ਪੇਰੈਂਟਸ ਨੇ ਉਹ ਆਪਣੇ ਬੱਚਿਆਂ ਨੂੰ ਅੱਛੇ ਪ੍ਰਿੰਸੀਪਲ ਔਰ ਵੈਲਿਊਜ਼ ਦਿੰਦੇ ਨੇ ਔਰ ਉਸ ਤੋਂ ਬਾਅਦ ਉਹ ਮੋਨੀਟਰਿੰਗ ਨਹੀਂ ਕਰਦੇ ਕਿ ਉਹ ਕਿਹਦੇ ਐਡਿਕਸ਼ਨ ਨੇ ਜਾਂ ਕੀ ਉਹਨਾਂ ਦੇ ਦੁਨੀਆ 'ਚ ਕਰੇਗਾ, ਕਿਉਂਕਿ ਉਹਨਾਂ ਨੂੰ ਪਤਾ ਅਸੀਂ ਵੈਲਿਊਜ਼ ਇੰਨੀਆਂ ਅੱਛੀਆਂ ਦਿੱਤੀਆਂ ਨੇ, ਉਹ ਬੱਚਾ ਕਿਤੇ ਵੀ ਹੋਏਗਾ ਉਹ ਅੱਛਾ ਹੀ ਕੰਮ ਕਰੇਗਾ, ਉਹ ਕਦੀ ਗਲਤ ਨਹੀਂ ਕਰੇਗਾ। ਇਹ ਇੱਕ ਬਹੁਤ ਇੰਪੋਰਟੈਂਟ ਹੈ। ਔਰ ਨਾਲ ਦੀ ਨਾਲ ਜਿਹੜੀ ਅੱਜ ਸਭ ਤੋਂ ਜਿਹੜਾ ਵੀਕਰ ਪੁਆਇੰਟ ਹੈ ਉਹ ਇਹੀ ਹੈ ਕਿ ਦੇਖੋ ਆਪਾਂ ਅੱਜ ਸਿਰਫ ਇੱਕ ਅੱਛੇ ਸਕੂਲ 'ਚ ਪੜ੍ਹਨਾ ਜਾਂ ਅੱਛੀ ਨੌਕਰੀ ਲੈਣਾ ਇੱਥੇ ਖਤਮ ਨਹੀਂ ਹੈ ਗੱਲ। ਅੱਜ ਦਾ ਟਾਈਮ ਜਿਹੜਾ ਹੈ ਇਹਦੇ ਵਿੱਚ ਆਪਾਂ ਨੂੰ ਜਿਹੜੀ ਫਾਈਨੈਂਸ਼ੀਅਲ ਐਜੂਕੇਸ਼ਨ ਹੈ ਉਹਦੀ ਬਹੁਤ ਜ਼ਰੂਰਤ ਹੈ। ਫਾਈਨੈਂਸ਼ੀਅਲ ਐਜੂਕੇਸ਼ਨ ਦਾ ਮਤਲਬ ਕਿ ਅੱਜ ਬਹੁਤ ਬੱਚੇ ਦੇ ਕੋਲ ਐਕਸਕਿਊਜ਼ ਹੈ ਸਾਡੇ ਕੋਲ, ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਜੀ ਕਿ ਅੱਜ ਡਿਵੈਲਪਿੰਗ ਨੇਸ਼ਨ ਹੈ ਇੰਡੀਆ ਦੇ ਅੰਦਰ 80 ਲੱਖ ਬੱਚਾ ਗ੍ਰੈਜੂਏਸ਼ਨ ਕਰਦਾ ਇੱਕ ਸਾਲ ਦੇ ਅੰਦਰ ਔਰ 15 ਲੱਖ ਨੂੰ ਸਿਰਫ ਨੌਕਰੀ ਮਿਲਦੀ ਹੈ। 65 ਲੱਖ ਤੋਂ ਜ਼ਿਆਦਾ ਬੱਚਾ ਹਰ ਸਾਲ ਬੇਰੁਜ਼ਗਾਰ ਹੋ ਰਿਹਾ ਹੈ। ਤੇ ਇਹਦਾ ਮਤਲਬ ਸਿੰਪਲ ਇੱਕੋ ਹੀ ਗੱਲ ਹੈ ਕਿ ਆਪਾਂ ਕੋਈ ਕ੍ਰੀਏਟੀਵਿਟੀ ਇਨੋਵੇਸ਼ਨ ਕਰ ਹੀ ਨਹੀਂ ਰਹੇ ਹਾਂ। ਅੱਜ ਤੁਸੀਂ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਤੁਸੀਂ ਬਹੁਤ ਵੱਡਾ ਬਿਜ਼ਨਸ ਬਿਨਾਂ ਇਨਵੈਸਟਮੈਂਟ ਤੋਂ ਕਰ ਸਕਦੇ ਹੋ, ਲੇਕਿਨ ਸਾਡੇ ਕੋਲ ਸਮਝ ਹੋਣੀ ਚਾਹੀਦੀ ਹੈ। ਓਪਰਚੁਨਿਟੀ ਅਸੀਂ ਦੇਖ ਹੀ ਨਹੀਂ ਰਹੇ। ਮੈਂ ਤੁਹਾਨੂੰ ਇੱਕ ਸਿੰਪਲ ਜੀ ਓਪਰਚੁਨਿਟੀ ਇਹਦੀ ਹੋਰ ਕਲੈਰਿਟੀ ਕਰਾਂਗਾ। ਇੱਕ ਐਗਜ਼ੀਬਿਸ਼ਨ ਦੇ ਵਿੱਚ ਪਰਸਨ ਗਿਆ, ਉਹਨੇ ਦੇਖਿਆ ਕਿ ਐਗਜ਼ੀਬਿਸ਼ਨ ਲੱਗੀ, ਉਹਨੇ ਬੜਾ ਅੱਛਾ ਲੱਗਿਆ ਉਹਨੂੰ ਸਭ ਕੁਝ, ਲੇਕਿਨ ਉਹਨੇ ਜਦੋਂ ਦੇਖਿਆ ਕਿ ਇੱਕ ਲੇਡੀ ਦਾ ਸਟੈਚੂ ਉਹਨੇ ਦੇਖਿਆ ਔਰ ਉਸ ਲੇਡੀ ਨੇ ਕੀ ਦੇਖਿਆ ਕਿ ਪੈਰਾਂ ਦੇ ਵਿੱਚ ਲਿਖਿਆ ਹੈ ਮੌਕਾ, ਓਪਰਚੁਨਿਟੀ, ਔਰ ਉਸ ਲੇਡੀ ਦੇ ਸਾਰੇ ਫੇਸ ਦੇ ਉੱਪਰ ਬਾਲ ਹੈ ਔਰ ਪਿੱਛੇ ਕੋਈ ਬਾਲ ਨਹੀਂ ਹੈ। ਉਹਨੇ ਦੇਖਿਆ ਕਿ ਇਹ ਕੀ ਹੈ ਐਗਜ਼ੀਬਿਸ਼ਨ 'ਚ, ਬਾਕੀ ਤਾਂ ਸਭ ਬਹੁਤ ਬਿਊਟੀਫੁਲ ਹੈ। ਉਹਨਾਂ ਨੇ ਪੁੱਛਿਆ ਜਿਨ੍ਹਾਂ ਦੀ ਐਗਜ਼ੀਬਿਸ਼ਨ ਸੀ, ਉਹਨਾਂ ਨੇ ਕਿਹਾ ਕਿ ਇਹ ਮੈਨੂੰ ਸਮਝ ਨਹੀਂ ਆਇਆ ਕਿ ਪੈਰਾਂ ਦੇ ਵਿੱਚ ਮੌਕਾ ਲਿਖਿਆ ਹੈ ਔਰ ਫੇਸ ਦਿਖ ਨਹੀਂ ਰਿਹਾ, ਸਾਰੇ ਬਾਲ ਨੇ, ਪਿੱਛੇ ਕੋਈ ਬਾਲ ਨਹੀਂ ਹੈ ਬੈਕ ਸਾਈਡ ਦੇ ਉੱਤੇ, ਇਹ ਕੀ ਹੈ? ਉਹਨਾਂ ਨੇ ਸਮਝਾਇਆ ਕਿ ਜਿਹੜੀ ਓਪਰਚੁਨਿਟੀ ਹੈ ਉਹ ਇੱਕ ਜਗ੍ਹਾ ਰੁਕਦੀ ਨਹੀਂ ਹੈ, ਪਹਿਲਾਂ ਤੁਹਾਡਾ ਨੌਕ ਕਰੇਗੀ ਔਰ ਫਿਰ ਉਹ ਅੱਗੇ ਮੂਵਮੈਂਟ ਕਰਦੀ ਹੈ। ਲੇਕਿਨ ਜਦੋਂ ਇੱਕ ਵਾਰੀ ਤੁਹਾਨੂੰ ਕ੍ਰਾਸ ਕਰ ਜਾਂਦੀ ਹੈ ਤੁਸੀਂ ਉਦੋਂ ਉਹਨੂੰ ਨਹੀਂ ਦੇਖ ਪਾਉਂਦੇ। ਉਸ ਤੋਂ ਬਾਅਦ ਤੁਸੀਂ ਪਿੱਛੋਂ ਜਦੋਂ ਫੜੋਗੇ ਉਹਦੇ ਪਿੱਛੇ ਕੋਈ ਬਾਲ ਨਹੀਂ ਹੈ, ਤੁਸੀਂ ਫੜ ਨਹੀਂ ਸਕਦੇ। ਇਹਦਾ ਮਤਲਬ ਕੀ ਹੈ ਕਿ ਸਾਨੂੰ ਹਮੇਸ਼ਾ ਹੀ ਇੰਨਾ ਐਕਟਿਵ ਰਹਿਣਾ ਚਾਹੀਦਾ ਹੈ ਕਿ ਇੰਨਾ ਪੈਸ਼ਨੇਟ ਤਰੀਕੇ ਦੇ ਨਾਲ। ਦੇਖੋ ਕੰਪਲੀਟ ਡੈਡੀਕੇਸ਼ਨ ਜਿਹੜੀ ਹੈ, ਅੱਜ ਕੋਈ ਬੱਚਾ ਛੋਟੀ ਗੱਲ ਤੋਂ ਉਹ ਆਪਣੇ ਕਰੀਅਰ ਦੇ ਉੱਪਰ ਦੁਖੀ ਹੋ ਜਾਂਦਾ ਹੈ, ਹੋਣੇ ਦੀ ਜ਼ਰੂਰਤ ਨਹੀਂ ਹੈ। ਓਪਰਚੁਨਿਟੀਜ਼ ਇੱਦਾਂ ਦੀਆਂ ਨੇ ਅੱਜ ਦੀ ਡੇਟ ਦੇ ਵਿੱਚ ਜਿਹਦੇ ਵਿੱਚ ਕੋਈ ਇਨਵੈਸਟਮੈਂਟ ਵੀ ਨਹੀਂ ਹੈ। ਜ਼ੀਰੋ ਇਨਵੈਸਟਮੈਂਟ ਦੇ ਨਾਲ ਤੁਸੀਂ ਇਨਫਿਨਿਟੀ ਟਾਈਮ ਤੱਕ ਆਪਣਾ ਬਹੁਤ ਵੱਡਾ ਕੰਮ ਕਰ ਸਕਦੇ ਹੋ। ਫਿਰ ਸਿਰਫ ਸਾਡੇ ਕੋਲ ਇੱਕ ਵਿਜ਼ਨ ਹੋਣਾ ਚਾਹੀਦਾ ਕਿ ਅਸੀਂ ਕੁਝ ਕਰਨਾ ਹੈ ਲਾਈਫ ਦੇ ਵਿੱਚ, ਠੀਕ ਹੈ ਨਾ। ਕਰੀਅਰ ਇੱਕ ਅਜਿਹਾ ਅੱਖਰ ਹੈ ਯੂਥ ਦਾ ਸਭ ਤੋਂ ਫੇਵਰੇਟ ਅੱਖਰ ਕਹਿ ਲਓ, ਹੈ ਨਾ। ਮੈਂ ਤੁਹਾਨੂੰ ਕਿਹਾ ਕਿ 2 ਤਰੀਕੇ ਦੇ ਹੁੰਦੇ, ਇੱਕ ਉਹਨਾਂ ਨੂੰ ਤਾਂ ਪਤਾ ਹੁੰਦਾ ਕਿ ਬਸ ਅਸੀਂ ਪੜ੍ਹਨਾ ਆ, ਪੜ੍ਹ ਕੇ ਕੀ ਹੋਣਾ ਪਤਾ ਨਹੀਂ। ਦੂਸਰੇ ਹੁੰਦੇ ਉਹਨਾਂ ਨੂੰ ਕਰੀਅਰ ਦੀ
ਸਮਝ ਹੁੰਦੀ ਹੈ, ਹਾਂਜੀ ਬਿਲਕੁਲ, ਤੀਸਰੇ ਆਉਂਦੇ ਨੇ ਉਹਨਾਂ ਨੂੰ ਕਰੀਅਰ ਦੀ ਟੈਨਸ਼ਨ ਹੁੰਦੀ ਹੈ। ਹਾਂਜੀ ਹਾਂਜੀ ਸਮਝ ਤੇ ਟੈਨਸ਼ਨ ਵਾਲੇ 'ਚ ਤਾਂ ਡਿਫਰੈਂਸ ਹੋਏਗਾ। ਔਰ ਜੇ ਕੋਈ ਬੱਚਾ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹੈ, ਨੌਜਵਾਨ, ਕਿ ਉਸਨੂੰ ਇਸ ਦੀ ਟੈਨਸ਼ਨ ਲੈਣ ਦੀ ਲੋੜ ਹੈ ਕਿ ਉਸਨੂੰ ਸਮਝਣ ਦੀ ਲੋੜ ਹੈ? ਦੇਖੋ, ਟੈਨਸ਼ਨ ਲੈਣੇ ਦੇ ਨਾਲ ਤਾਂ ਜਿਹੜੀ ਹੈ ਉਹਦੇ ਨਾਲ ਤਾਂ ਹੋਰ ਜ਼ਿਆਦਾ ਤੁਸੀਂ ਹੈਲਥ ਖਰਾਬ ਹੋਏਗੀ, ਡਿਪਰੈਸ਼ਨ ਹੋ ਜਾਏਗਾ, ਇਹ ਚੀਜ਼ਾਂ ਬਹੁਤ ਜਲਦੀ ਹੋ ਜਾਣਗੀਆਂ। ਔਰ ਨੌਜਵਾਨਾਂ 'ਚ ਹੁੰਦੀਆਂ ਵੀ ਜਲਦੀ ਹੈ। ਇਹ ਜਲਦੀ ਅੱਜ ਹੋ ਰਹੀਆਂ ਨੇ, ਕਿਉਂਕਿ ਅੱਜ ਤੁਸੀਂ ਦੇਖੋ ਕਿ ਅੱਜ ਬਹੁਤ ਸਾਰੇ ਮੈਡੀਕਲ ਸਾਇੰਸ ਕਹਿ ਰਹੀ ਹੈ ਕਿ ਜਿਸ ਤਰ੍ਹਾਂ ਆਪਾਂ ਸਾਰਾ ਦਿਨ ਜਿਹੜਾ ਹੈ ਟੈਕਨੋਲੋਜੀ ਹੈ, ਮੋਬਾਈਲ ਹੈ, ਆਪਾਂ ਫੜ ਕੇ ਰੱਖਦੇ ਹਾਂ ਹੱਥ ਦੇ ਵਿੱਚ, ਬਹੁਤ ਸਾਰਾ ਬਾਡੀ ਟੈਕਸਚਰ ਚੇਂਜ ਹੋ ਰਿਹਾ ਹੈ, ਬਹੁਤ ਸਾਰੇ ਬੈਕ ਕਿਕ ਦੀ ਪ੍ਰੋਬਲਮ ਹੋ ਰਹੀ ਹੈ, ਬਹੁਤ ਕੁਝ ਹੋ ਰਿਹਾ ਹੈ। ਔਰ ਖਾਸ ਕਰਕੇ ਜਿਹੜਾ ਅੱਜ ਦਾ ਟਾਈਮ ਹੈ ਟੂਡੇ, ਅੱਜ ਜਿਹੜਾ ਸੋਸ਼ਲ ਡਿਸਟੈਂਸਿੰਗ ਵਰਲਡ ਹੈ, ਅੱਜ ਲੋਕ ਸੋਸ਼ਲ ਡਿਸਟੈਂਸਿੰਗ ਦੇ ਵਿੱਚ ਲੋਕ ਨੇ ਜ਼ਿਆਦਾ ਟੈਕਨੋਲੋਜੀ ਦਾ ਯੂਜ਼ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਲੇਕਿਨ ਜਿਹੜੀ ਤੁਸੀਂ ਗੱਲ ਕਹੀ ਹੈ ਟੈਨਸ਼ਨ ਜਿਹੜੀ ਲੈਣੇ ਨਾਲ, ਟੈਨਸ਼ਨ ਲੈਣੇ ਦੇ ਨਾਲ ਕੋਈ ਸੋਲੂਸ਼ਨ ਨਹੀਂ ਹੈ। ਮੈਂ ਤੁਹਾਨੂੰ ਹੁਣੀ ਇਸ ਗੱਲ ਨੂੰ ਦੱਸਿਆ ਹੈ ਕਿ ਜਿਹੜਾ ਵਿਨਰ ਹੈ ਲਾਈਫ ਦੇ ਵਿੱਚ, ਜਦੋਂ ਤੁਸੀਂ ਆਪਣੇ ਆਪ ਨੂੰ ਵਿਨਰ ਨਹੀਂ ਕਹੋਗੇ ਤੇ ਕਿਸੇ ਨੂੰ ਵੀ, ਜੇ ਤੁਹਾਨੂੰ ਆਪਣੇ ਆਪ ਨੂੰ ਦੇਖ ਕੇ ਤੁਸੀਂ ਮਿਰਰ ਦੇ ਵਿੱਚ ਆਪਣੇ ਆਪ ਨੂੰ ਵਿਨਰ ਨਹੀਂ ਕਹਿ ਸਕਦੇ, ਫਿਰ ਤੁਸੀਂ ਉਹਨੂੰ ਅਚੀਵ ਵੀ ਨਹੀਂ ਕਰ ਸਕਦੇ ਲਾਈਫ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਨੂੰ ਖੁਦ ਕਹਿਣਾ ਪਏਗਾ ਕਿ ਮੈਂ ਇੱਕ ਵਿਨਰ ਔਰ ਚੈਂਪੀਅਨ ਹਾਂ, ਫਿਰ ਹੀ ਦੁਨੀਆ ਦੇ ਵਿੱਚ ਤੁਸੀਂ ਕੁਝ ਕਰ ਸਕਦੇ ਹੋ। ਠੀਕ ਹੈ ਨਾ, ਕਿਉਂਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਉਹ ਹੈ ਹੀ ਨਹੀਂ ਹੈ ਕਿ ਤੁਸੀਂ ਕੁਝ ਐਕਸਟਰਾ ਆਰਡੀਨਰੀ ਕਰਨਾ ਹੈ, ਆਮ ਲੋਕਾਂ ਤੋਂ ਡਿਫਰੈਂਟ ਕਰਨਾ ਹੈ, ਜੋ ਤੁਸੀਂ ਕਰਦੇ ਆਏ ਹੋ ਅਗਰ ਉਹੀ ਕਰੋਗੇ ਫਿਰ ਉਹੀ ਮਿਲੇਗਾ ਆਉਣੇ ਵਾਲੇ ਟਾਈਮ 'ਚ ਜੋ ਤੁਹਾਨੂੰ ਮਿਲਦਾ ਆਇਆ ਹੈ। ਠੀਕ ਹੈ ਨਾ, ਬਹੁਤ ਸਾਰੇ ਲੋਕ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਬਹੁਤ ਸਾਰੀਆਂ ਹੈਬਿਟਸ ਨੇ, ਤੁਹਾਨੂੰ ਕੁਝ ਵੀ ਉਹ ਕਹਿ ਰਹੇ ਨੇ, ਦੇਖੋ ਜਿਹੜੀ ਕੁਆਲਿਟੀ ਦਾ ਐਕਸ਼ਨ ਹੋਏਗਾ ਉਹਦਾ ਹੀ ਰਿਜ਼ਲਟ ਹੋਏਗਾ। ਚੇਂਜ ਜਿਹੜੀ ਹੈ ਬਹੁਤ ਨੈਸੈਸਿਟੀ ਹੈ। ਅੱਜ ਆਪਾਂ ਨੂੰ ਜਿਹੜੀਆਂ ਸਾਨੂੰ ਲੱਗਦਾ ਹੈ ਕਿ ਬਹੁਤ ਚੇਂਜਸ ਸਾਡੇ ਅੰਦਰ ਹੋਣੀਆਂ ਚਾਹੀਦੀਆਂ ਨੇ, ਆਪਣੇ ਆਪ ਨੂੰ ਆਪਾਂ ਨੂੰ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ। ਪੋਜ਼ਿਟਿਵ ਚੇਂਜਸ ਆਪਣੇ ਅੰਦਰ ਲਿਆਉਣੀਆਂ ਚਾਹੀਦੀਆਂ ਨੇ। ਤੁਸੀਂ ਦੇਖੋ ਨੇਚਰ ਨੇ ਪਾਣੀ ਨੂੰ ਚੱਲਣਾ ਸਿਖਾਇਆ ਹੈ, ਹਵਾ ਨੂੰ ਵੀ ਬਹਿਣਾ ਸਿਖਾਇਆ ਹੈ, ਇਹਨੂੰ ਸਿਖਾਇਆ ਹੈ। ਲੇਕਿਨ ਆਪਾਂ ਇੱਕ ਇਨਸਾਨ ਹੈ, ਤੁਸੀਂ ਅਗਰ ਉਹ ਇਨਸਾਨ ਜਿਹੜਾ ਚੇਂਜ ਹੀ ਨਹੀਂ ਹੋ ਰਿਹਾ ਹੈ ਤੇ ਉਹ ਆਪਣੇ ਆਪ ਹੀ ਖਤਮ ਹੋ ਜਾਏਗਾ। ਜਿਹੜੀ ਚੀਜ਼ ਚੇਂਜ ਹੀ ਨਹੀਂ ਹੋ ਰਹੀ ਉਹ ਖਤਮ ਹੋ ਜਾਂਦੀ ਹੈ। ਠੀਕ ਹੈ ਨਾ, ਜਿੱਦਾਂ ਜਿਹੜਾ ਯੂਥ ਹੈ ਉਹਦੇ ਅੰਦਰ ਇਹ ਹੁੰਦਾ ਕਿ ਮੈਨੂੰ ਨੌਕਰੀ ਮਿਲ ਜਾਵੇ, ਹੈ ਨਾ, ਹਾਂਜੀ। ਜਦ ਕਿ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਯੂਥ ਦੇ ਅੰਦਰ ਇਦਾਂ ਦੀ ਹਿੰਮਤ ਭਰ ਦੇਣੀ ਚਾਹੀਦੀ ਹੈ ਕਿ ਉਹ ਜੌਬ ਸੀਕਰ ਦੀ ਜਗ੍ਹਾ ਜੌਬ ਪ੍ਰੋਵਾਈਡਰ ਬਣੇ। ਬਿਲਕੁਲ ਬਿਲਕੁਲ। ਦੇਖੋ ਉਹਦਾ ਸਿੰਪਲ ਜਿਹਾ ਤਰੀਕਾ ਮੈਂ ਤੁਹਾਨੂੰ ਦੱਸਿਆ ਹੈ ਕਿ ਫਾਈਨੈਂਸ਼ੀਅਲ ਐਜੂਕੇਸ਼ਨ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਔਰ ਅੱਜ ਤੱਕ ਉਹ ਹਜੇ ਤੱਕ ਜਿਹੜੀ ਹੈ ਉਹ ਸਕੂਲ, ਕਾਲਜ, ਯੂਨੀਵਰਸਿਟੀਜ਼ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਨਹੀਂ ਉਹਨੂੰ ਪੜ੍ਹਾਇਆ ਜਾਂਦਾ। ਫਾਈਨੈਂਸ਼ੀਅਲ ਐਜੂਕੇਸ਼ਨ ਦਾ ਸਿੰਪਲ ਮਤਲਬ ਹੈ ਕਿ ਜਿਹੜੀ ਪੈਸੇ ਦੀ ਆਪਾਂ ਲੈਂਗੁਏਜ ਸਿੱਖਣੀ ਹੈ। ਪੈਸੇ ਦੀ ਲੈਂਗੁਏਜ ਦਾ ਮਤਲਬ ਕੀ ਹੈ ਕਿ ਆਪਾਂ ਇੱਕ ਸਿੰਪਲ ਜੀ ਅਗਰ ਗੱਲ ਕਰੀਏ ਕਿ ਇੱਕ EMPLOYE ਔਰ EMPLOYERS ਦੇ ਵਿੱਚ ਡਿਫਰੈਂਸ ਕੀ ਹੈ, ਆਪਾਂ ਓਨਰਸ ਦੀ ਤਰ੍ਹਾਂ ਆਪਣੇ ਆਪ ਨੂੰ ਟਰੀਟ ਅਗਰ ਕਰੀਏ, ਤੁਸੀਂ ਦੇਖੋ ਇੱਕ ਇਨਸਾਨ ਜਿਹੜਾ ਹੈ ਉਹ 8 ਘੰਟੇ ਕੰਮ ਕਰਦਾ ਹੈ ਡੇਲੀ, 8 ਘੰਟੇ ਦੀ ਉਹਨੂੰ ਉਸ ਹਿਸਾਬ ਨਾਲ ਉਹਨੂੰ ਫਿਕਸਡ ਅਰਨਿੰਗ ਉਹਨੂੰ ਮਿਲਦੀ ਹੈ। ਲੇਕਿਨ ਜਿਹੜਾ ਓਨਰ ਹੈ, ਅਗਰ ਉਹਦੇ ਟੀਮ ਦੇ ਵਿੱਚ 1000 ਵਰਕਰ ਕੰਮ ਕਰਦੇ ਨੇ, 1000 × 8 ਨਾਲ ਅਗਰ ਮਲਟੀਪਲਾਈ ਕਰੀਏ ਤੇ ਉਹਨੂੰ 8000 ਘੰਟੇ ਦੀ ਇਨਕਮ ਮਿਲਦੀ ਹੈ। ਤਾਂ ਇਸੇ ਲਈ ਦੇਖੋ ਲਾਈਫ ਸਟਾਈਲ ਸਭ ਨੂੰ ਚਾਹੀਦਾ ਹੈ। ਦੇਖੋ ਲਾਈਫ ਦਾ ਮਤਲਬ ਟਾਈਮ ਹੈ, ਸਟਾਈਲ ਦਾ ਮਤਲਬ ਪੈਸਾ ਹੈ। ਅੱਜ ਤੁਸੀਂ ਦੇਖਿਆ ਹੋਏਗਾ ਕਿ ਬਹੁਤ ਲੋਕਾਂ ਦੇ ਕੋਲ ਪੈਸਾ ਬਹੁਤ ਹੈ ਲੇਕਿਨ ਟਾਈਮ ਪਾਵਰਟੀ ਹੈ। ਬਹੁਤ ਲੋਕਾਂ ਦੇ ਕੋਲ ਟਾਈਮ ਬਹੁਤ ਜ਼ਿਆਦਾ ਹੈ ਲੇਕਿਨ ਪੈਸਾ ਨਹੀਂ ਹੈ। ਬਹੁਤ ਲੋਕਾਂ ਦੇ ਕੋਲ ਨਾ ਟਾਈਮ ਹੈ ਨਾ ਪੈਸਾ ਹੈ, ਕਿਉਂਕਿ ਉਹ ਬੈਲੈਂਸ ਹੀ ਨਹੀਂ ਉਹ ਕਰ ਪਾ ਰਹੇ ਲਾਈਫ ਦੇ ਅੰਦਰ। ਅੱਜ ਅਗਰ ਆਪਾਂ ਨੂੰ ਲਾਈਫ ਸਟਾਈਲ ਚਾਹੀਦਾ ਹੈ ਤੇ ਆਪਣੇ ਕੋਲ ਇਹਦਾ ਕੰਪਲੀਟ ਬੈਲੈਂਸ ਹੋਣਾ ਚਾਹੀਦਾ ਹੈ। ਉਹ ਬੈਲੈਂਸ ਤਾਂ ਹੀ ਬਣੇਗਾ ਅਗਰ ਸਾਡੇ ਕੋਲ ਫਾਈਨੈਂਸ਼ੀਅਲ ਐਜੂਕੇਸ਼ਨ ਹੋਏਗੀ ਕਿ ਅੱਜ ਦੇ ਟਾਈਮ ਦੇ ਵਿੱਚ, ਅੱਜ ਇਨਫੋਰਮੇਸ਼ਨ ਏਜ ਹੈ, ਇਨਫੋਰਮੇਸ਼ਨ ਏਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਨੂੰ ਅਰਨਿੰਗ ਅਸੀਂ ਕਰਨੀ ਹੈ ਔਰ ਅੱਜ ਕਿਹੜੇ ਟ੍ਰੈਂਡਸ ਨੇ, ਕਿਹੜੇ ਬੂਮਿੰਗ ਇੰਡਸਟਰੀਜ਼ ਨੇ, ਉਹਦੇ ਨਾਲ ਚੱਲ ਕੇ ਆਪਾਂ ਬਹੁਤ ਅੱਛੇ ਤਰੀਕੇ ਦੇ ਨਾਲ, ਕਿਉਂਕਿ ਕੋਈ ਵੀ ਕੰਮ ਕਰਨਾ ਹੈ ਉਹਦੇ ਲਈ ਆਪਾਂ ਨੂੰ ਇੱਕ ਪਲੇਟਫਾਰਮ ਚਾਹੀਦਾ ਹੈ। ਉਹ ਤੋਂ ਪਲੇਟਫਾਰਮ ਤਾਂ ਹੀ ਸਾਨੂੰ ਮਿਲੇਗਾ ਜਦੋਂ ਸਾਡੇ ਕੋਲ ਇੱਕ ਵਿਜ਼ਨ ਹੋਏਗਾ, ਗੋਲ ਹੋਏਗਾ, ਡ੍ਰੀਮ ਹੋਏਗਾ। ਜਦੋਂ ਡ੍ਰੀਮ ਹੀ ਨਹੀਂ ਹੈ ਤਾਂ ਫਿਰ ਆਪਾਂ ਸਾਨੂੰ ਪਤਾ ਹੀ ਨਹੀਂ ਅਸੀਂ ਅਚੀਵ ਕਿਆ ਕਰਨਾ ਹੈ ਲਾਈਫ ਦੇ ਵਿੱਚ। ਠੀਕ ਹੈ, ਵਿਜ਼ਨ ਵੀ ਹੈ, ਗੋਲ ਵੀ ਹੈ, ਸਾਰਾ ਕੁਝ ਹੈ। ਚਲੋ ਇਹ ਵੀ ਸੋਚ ਲਿਆ ਕਿ ਕਰੀਅਰ 'ਚ ਕੀ ਬਣਨਾ। ਯੂਥ ਨੇ ਮਤਲਬ ਕਿ ਆਪਣੀ ਟਰਾਂਸਫਰਮੇਸ਼ਨ ਦੀ ਪੂਰੀ ਤਿਆਰੀ ਕਰ ਰੱਖੀ ਹੈ ਕਿ ਅਸੀਂ ਆਹ ਹੋ ਜਾਣਾ, ਪਰ ਮਸਲਾ ਕਿੱਥੇ ਆਉਂਦਾ ਹੈ? ਇਮੋਸ਼ਨਸ 'ਤੇ ਕੰਟਰੋਲ ਨਹੀਂ ਕਰ ਪਾਉਂਦਾ ਯੂਥ। ਆਪਣੇ ਯੂਥ ਦੇ ਵਿੱਚ ਪੇਸ਼ੈਂਸ ਘੱਟ ਦੇਖੇ ਜਾਂਦੇ ਨੇ। ਬਿਲਕੁਲ। ਉਹ ਪੇਸ਼ੈਂਸ ਦਾ ਮਤਲਬ ਇਹੀ ਹੈ ਕਿ ਦੇਖੋ ਅੱਜ ਜਿਹੜੀ
ਸਾਰੀਆਂ ਚੀਜ਼ਾਂ ਨੇ, ਜਿਹੜੀ ਐਡਿਕਸ਼ਨ ਹੈ ਜਾਂ ਪੇਸ਼ੈਂਸ ਨਹੀਂ ਹੈ, ਇਹ ਸਾਰੀਆਂ ਇਨਵਾਇਰਨਮੈਂਟ ਦੇ ਵਿੱਚ ਆ ਗਈਆਂ ਨੇ। ਡਿਸਟਰੈਕਸ਼ਨ ਹੀ ਹੈਂਡਲ ਕਰਨੀ ਆਉਂਦੀ ਬਿਲਕੁਲ ਯੂਥ ਨੂੰ। ਬਿਲਕੁਲ, ਉਹਦਾ ਇਹੀ ਮੇਨ ਰੀਜ਼ਨ ਹੈ। ਉਹ ਕਿਉਂ ਨਹੀਂ ਕਰ ਪਾ ਰਹੇ, ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਉਹ, ਹੁਣ ਆਪਾਂ ਕੀ ਕਹਿ ਰਹੇ ਹਾਂ, ਇੱਕ ਬੰਦੇ ਨੂੰ 104 ਫੀਵਰ ਹੈ, ਆਪਾਂ ਉਹਨੂੰ ਕਹਿ ਰਹੇ ਹਾਂ ਕਿ ਤੂੰ ਇਹ ਕੰਮ ਕਰ, ਉਹ ਕੰਮ ਕਰ, ਇਹ ਕੰਡੀਸ਼ਨ ਹੈ। ਮਤਲਬ ਉਹ ਬੰਦੇ ਨੂੰ ਲੱਗਦਾ ਹੈ ਕਿ ਮੈਂ ਪਤਾ ਨਹੀਂ ਕਿੰਨਾ ਜ਼ਿਆਦਾ ਕੰਮ ਕਰ ਰਿਹਾ, ਲੇਕਿਨ ਐਕਚੁਅਲ ਦੇ ਵਿੱਚ ਉਹ ਕਰ ਨਹੀਂ ਰਿਹਾ ਹੁੰਦਾ, ਕਿਉਂਕਿ ਉਹਦੇ ਵਿੱਚ ਪਾਵਰ ਹੀ ਨਹੀਂ ਹੈ। 104 ਕਿਸੇ ਨੂੰ ਫੀਵਰ ਹੈ, ਉਹ ਕੰਮ ਪ੍ਰੋਪਰ ਨਹੀਂ ਸਾਨੂੰ ਕਰਕੇ ਦੇ ਸਕਦਾ। 104 ਦੇ ਫੀਵਰ ਦਾ ਮਤਲਬ ਇਹੀ ਹੈ ਕਿ ਜਿਹੜੀ ਇਨਵਾਇਰਨਮੈਂਟ ਦੇ ਵਿੱਚ ਹੈ, ਦੇਖੋ 10% ਲੋਕ ਹੀ ਚੇਂਜ ਅਗਰ ਹੋ ਜਾਣ ਜੀ, ਇੱਕ ਇਨਸਾਨ ਅਗਰ ਪਰਿਵਾਰ ਦੇ ਵਿੱਚ ਚੇਂਜ ਹੋ ਜਾਏ ਤਾਂ ਪੂਰੀ ਫੈਮਿਲੀ ਚੇਂਜ ਹੋ ਸਕਦੀ ਹੈ ਜੀ। ਕਹਿਣੇ ਦਾ ਮਤਲਬ ਕੀ ਹੈ ਕਿ ਸਾਨੂੰ ਸੋਚਣਾ ਪਏਗਾ, ਕੰਪਲੀਟ ਡੈਡੀਕੇਸ਼ਨ ਰੱਖਣੀ ਪਏਗੀ। ਇਹਦਾ ਕੋਈ ਅਲਟਰਨੇਟਿਵ ਨਹੀਂ ਹੈ। ਅਗਰ ਕੰਪਲੀਟ ਡੈਡੀਕੇਸ਼ਨ ਨਹੀਂ ਹੈ ਸਾਡੇ ਅੰਦਰ ਤੇ ਅਸੀਂ ਲਾਈਫ ਦੇ ਵਿੱਚ ਕੁਝ ਨਹੀਂ ਕਰ ਸਕਦੇ, ਕਿਉਂਕਿ ਸਕਸੈਸ ਜਿਹੜੀ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਇੰਟਰਨਲ, ਜਿਹੜੀ ਹੈ ਇੰਟਰਨਲ ਤੁਹਾਡੀ ਇੰਪਰੂਵਮੈਂਟ ਕਿੰਨੀ ਹੋਈ ਹੈ ਉਹਦੇ ਉੱਪਰ ਡਿਪੈਂਡ ਕਰਦੀ ਹੈ। ਬਿਲਕੁਲ। ਚਰਨ ਕਮਲ ਜੀ, ਤੁਸੀਂ ਪ੍ਰੋਗਰਾਮ 'ਚ ਆਏ, ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਆਉਣ ਦੇ ਲਈ। ਥੈਂਕ ਯੂ ਸੋ ਮਚ। ਥੈਂਕ ਯੂ। ਪ੍ਰੋਗਰਾਮ ਬੈਠਕ ਵਿਦ ਬਰੁਣ ਕੌਰ ਮਾਨ ਨੂੰ ਮੈਂ ਇੱਥੇ ਹੀ ਖਤਮ ਕਰ ਰਹੀ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਮਹਿਮਾਨ ਆਉਣਗੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡਾ YouTube ਚੈਨਲ ਪੰਜਾਬ ਮੇਲ USA TV, ਉਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਕਿਸੇ ਵੀ ਪ੍ਰੋਗਰਾਮ ਦੇ ਨਾਲ ਰਿਲੇਟਡ ਕੋਈ ਵੀ ਕੁਐਸਚਨਸ ਹਨ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ। ਫਿਲਹਾਲ ਮੈਨੂੰ ਦਿਓ ਆਗਿਆ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।